हाँ जी स्टूडेंट्स, आई सोनिया अरोड़ा वेलकम यू ऑल। आई होप कि तुम सब बिल्कुल ठीक ठाक हो। स्टार्ट करते हैं आज दे सैशन जिस ਅਸੀਂ ਪੜਨ ਜਾ ਰਹੇ ਹਾਂ। ਸਾਡੇ ਬਹੁਤ ਹੀ ਇੰਪੋਰਟੈਂਟ ਲਿਟਰੇਰੀ ਡਿਵਾਈਸਸ ਜਿਹੜੇ ਸਾਡੇ ਅਗਰ ਗੱਲ ਕਰੀਏ ਇੰਗਲਿਸ਼ ਰਾਈਟਿੰਗ ਦੇ ਅੰਦਰ ਬਹੁਤ ਬਹੁਤ ਜ਼ਿਆਦਾ ਮੇਨ ਰੋਲ ਪਲੇ ਕਰਦੇ ਨੇ। ਬਿਕੋਜ਼ ਰਾਈਟਰਸ ਜਦੋਂ ਆਪਣੀ ਰਾਈਟਿੰਗ ਨੂੰ ਆਪਣੇ ਵਰਕ ਨੂੰ ਬਹੁਤ ਹੀ ਬਿਊਟੀਫੁਲੀ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ ਤਾਂ ਉਹ ਕਿਸ ਦੀ ਹੈਲਪ ਲੈਂਦੇ ਨੇ? ਦੈਟ ਇਜ਼ ਲਿਟਰਰੀ ਡਿਵਾਈਸਸ ਦੀ ਹੈਲਪ ਲੈਂਦੇ ਨੇ। ਬਹੁਤ ਤਰ੍ਹਾਂ ਦੇ ਲਿਟਰਰੀ ਡਿਵਾਈਸਸ ਨੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਕੁਝ ਕੁ ਇੰਨੇ ਕੁ ਜ਼ਿਆਦਾ ਇੰਪੋਰਟੈਂਟ ਹੈ ਕਿ ਅਸੀਂ ਸਾਡੀ ਰੂਟੀਨ ਲਾਈਫ ਡੇ ਟੂ ਡੇ ਲਾਈਫ ਵਿੱਚ ਵੀ ਉਹਨਾਂ ਦੀ ਯੂਸੇਜ ਅਸੀਂ ਦੇਖ ਸਕਦੇ ਹਾਂ। ਦੋਜ਼ ਆਰ ਵੈਰੀ ਇੰਪੋਰਟੈਂਟ ਫॉर ਅਸ। ਠੀਕ ਹੈ, ਸੋ ਅਗਰ ਲਿਟਰਰੀ ਡਿਵਾਈਸ ਦੀ ਗੱਲ ਕਰੀਏ ਤਾਂ ਇੱਕ ਐਦਾਂ ਦਾ ਟੂਲ ਹੈ, ਇਹਨੂੰ ਅਸੀਂ ਕਹਿੰਦੇ ਇੱਕ ਐਦਾਂ ਦੀ ਟੈਕਨੀਕ ਹੈ ਜਿਹੜੀ ਰਾਈਟਰਸ ਯੂਜ਼ ਕਰਦੇ ਹੈ ਆਪਣੇ ਰਾਈਟਿੰਗ ਨੂੰ, ਆਪਣੇ ਵਰਕ ਨੂੰ ਬਿਊਟੀਫੁਲੀ ਕ੍ਰੀਏਟ ਕਰਨ ਵਾਸਤੇ। ਕਲੀਅਰ? ਜਾਂ ਫਿਰ ਜੋ ਮੇਨ ਥੀਮ ਹੈ, ਮੇਨ ਆਈਡੀਆ ਹੈ, ਉਸਨੂੰ ਹਾਈਲਾਈਟ ਕਰਨ ਵਾਸਤੇ ਬੋਲ ਸਕਦੇ ਹਾਂ। ਸੋ ਅੱਜ ਦੇ ਸੈਸ਼ਨ 'ਚ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਫਰਸਟ ਲਿਟਰਰੀ ਡਿਵਾਈਸ ਦੈਟ ਇਜ਼ ਅਲਿਟਰੇਸ਼ਨ। ਚਲੋ ਹੁਣ ਮੈਂ ਇੱਕ ਐਗਜ਼ਾਮਪਲ ਬੋਲ ਰਹੀ ਹਾਂ। ਮੈਂ ਇੱਕ ਐਗਜ਼ਾਮਪਲ ਦੇ ਥਰੂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਜਾ ਰਹੀ ਹਾਂ। ਇੱਕ ਲਾਈਨ ਨੂੰ, ਇੱਕ ਸੈਂਟੈਂਸ ਨੂੰ ਰੀਡ ਕਰਿਓ, ਫਿਰ ਦੱਸਿਓ ਵੀ ਆਪਾਂ ਕਰ ਕੀ ਰਹੇ ਹਾਂ। ਠੀਕ ਹੈ ਜੀ, ਚਲੋ ਇੱਕ ਸੈਂਟੈਂਸ ਦੇਖਦੇ ਹਾਂ ਆਪਾਂ। ਇਸ ਸੈਂਟੈਂਸ ਨੂੰ ਤੁਸੀਂ ਰੀਡ ਕਰ ਰਹੇ ਹੋ, ਦਾਦਾ ਜੀ ਦੇ ਦੋ ਮੈਨੂੰ ਦਾਦੀ ਦੇ ਦੰਦਾਂ ਦੀ ਦਵਾਈ। ਤਾਂ ਇਸ ਦਾ ਮਤਲਬ ਕੀ ਹੋਇਆ? ਇਸ ਸੈਂਟੈਂਸ ਨੂੰ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਜਿਵੇਂ ਅਸੀਂ ਬੋਲਦੇ ਹਾਂ ਨਾ, ਕੱਚਾ ਪਾਪੜ ਪੱਕਾ ਪਾਪੜ, ਕੱਚਾ ਪਾਪੜ ਪੱਕਾ ਪਾਪੜ, ਲਾਈਕ ਦੈਟ, ਹਨਾ। ਅਲਿਟਰੇਸ਼ਨ ਦਾ ਮਤਲਬ ਕੀ ਹੁੰਦਾ ਹੈ? ਵਟ ਇਜ਼ ਦਾ ਮੀਨਿੰਗ ਆਫ ਅਲਿਟਰੇਸ਼ਨ? ਹੁਣ ਇਸ ਇੱਕ ਸੈਂਟੈਂਸ ਦੇ ਥਰੂ ਅਸੀਂ ਸਮਝਾਂਗੇ ਅਲਿਟਰੇਸ਼ਨ ਹੁੰਦਾ ਕੀ ਹੈ। ਰਾਈਟ? ਜਦੋਂ ਅਸੀਂ ਇੱਕ ਸੈਂਟੈਂਸ 'ਚ ਫਰਸਟ ਲੈਟਰ, ਇੱਕ ਸੈਂਟੈਂਸ ਦੇ ਵਰਡ ਦੀ ਅਗਰ ਗੱਲ ਕਰੋ, ਨਾਟ ਵਰਡ ਦੀ ਪਾਰਟਿਕੂਲਰ ਵਰਡ ਦੀ ਗੱਲ ਕਰੋ, ਜਦੋਂ ਉਹ ਬਾਰ-ਬਾਰ ਸਟਾਰਟਿੰਗ ਵਿੱਚ ਰਿਪੀਟ ਹੁੰਦੇ ਨੇ। ਹੁਣ ਇਸ ਪੂਰੀ ਲਾਈਨ 'ਚ ਅਸੀਂ ਚੈੱਕ ਕਰਦੇ ਹਾਂ ਕਿ ਕਿਹੜਾ ਵਰਡ ਬਾਰ-ਬਾਰ ਰਿਪੀਟ ਹੋ ਰਿਹਾ ਹੈ। ਐਟ ਦਾ ਇਨੀਸ਼ੀਅਲ ਪੁਆਇੰਟ stressed word, first stressed word, what is this? ਦਾਦਾ ਜੀ the, ਮਤਲਬ ਅਸੀਂ ਸਾਊਂਡ ਦੀ ਗੱਲ ਕਰਾਂਗੇ। ਠੀਕ ਹੈ, ਸਾਊਂਡ ਦੀ ਗੱਲ ਕਰਾਂਗੇ। ਦੇਖੋ ਜੀ, ਲਓ ਜੀ, ਨਾ ਹੁਣ ਦੇਖ ਸਕਦੇ ਹੋ ਤੁਸੀਂ ਇਸ ਦੇ ਅੰਦਰ ਕੀ ਯੂਜ਼ ਕੀਤਾ ਗਿਆ। ਇਸ ਦੇ ਅੰਦਰ ਕਲੀਅਰਲੀ ਅਲਿਟਰੇਸ਼ਨ ਯੂਜ਼ ਕੀਤਾ ਗਿਆ ਹੈ। ਸਾਨੂੰ ਹੁਣ ਕਿੱਦਾਂ ਪਤਾ ਚੱਲੇਗਾ ਕਿ ਸਾਡੇ ਸੈਂਟੈਂਸ 'ਚ ਅਲਿਟਰੇਸ਼ਨ ਯੂਜ਼ ਕੀਤਾ ਗਿਆ ਹੈ? ਹੁਣ ਇਸ ਲਈ ਕੁਝ ਫੰਡੇ ਨੇ, ਕੁਝ ਟੈਕਨੀਕਸ ਹੈ ਜਿਨ੍ਹਾਂ ਦੀ ਹੈਲਪ ਨਾਲ ਅੱਜ ਦੇ ਸੈਸ਼ਨ 'ਚ ਅਸੀਂ ਸਮਝਾਂਗੇ ਕਿ ਕਿੱਦਾਂ ਅਲਿਟਰੇਸ਼ਨ ਨੂੰ ਇੱਕ ਸੈਂਟੈਂਸ ਵਿੱਚ ਅਸੀਂ ਯੂਜ਼ ਕੀਤਾ ਹੈ। ਇਵਨ ਕਿ ਡੇ ਟੂ ਡੇ ਲਾਈਫ ਵਿੱਚ ਵੀ ਬਹੁਤ ਯੂਜ਼ ਹੁੰਦੀ ਹੈ। ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਕੁਝ ਸੈਂਟੈਂਸਸ ਬੋਲਦੇ ਹਾਂ, ਕੁਝ ਮੂਵੀਜ਼ ਦੇ ਨੇਮ ਬੋਲਦੇ ਹਾਂ, ਕੁਝ ਬ੍ਰਾਂਡਸ ਦੇ ਨੇਮ ਬੋਲਦੇ ਹਾਂ, ਕੰਪਨੀਜ਼ ਦੇ ਨੇਮ ਬੋਲਦੇ ਹਾਂ, ਉਹਨਾਂ ਵਿੱਚ ਵੀ ਕਲੀਅਰਲੀ ਅਲਿਟਰੇਸ਼ਨ ਹੋ ਰਿਹਾ ਹੁੰਦਾ ਹੈ। ਸਾਨੂੰ ਪਤਾ ਚੱਲਦਾ ਹੈ। ਜਿੱਦਾਂ ਕਿ ਅਸੀਂ ਗੱਲ ਕਰਦੇ ਹਾਂ ਕੋਕਾ ਕੋਲਾ ਕੰਪਨੀ, ਕੋਕਾ ਕੋਲਾ ਕੰਪਨੀ। ਤੁਸੀਂ ਆਪਣੇ ਆਪ, ਮੈਨੂੰ ਇੱਥੇ ਸ਼ਾਇਦ ਡੈਫੀਨੇਸ਼ਨ ਲਿਖਣ ਦੀ ਵੀ ਜ਼ਰੂਰਤ ਨਹੀਂ ਪਏਗੀ, ਤੁਹਾਨੂੰ ਆਪਣੇ ਆਪ ਐਗਜ਼ਾਮਪਲ ਦੇ ਥਰੂ ਇੱਕ ਸੈਕਿੰਡ 'ਚ ਜੱਜ ਹੋ ਜਾਏਗਾ ਵੀ ਆਪਾਂ ਕਰਨਾ ਕੀ ਚਾਹ ਰਹੇ ਹਾਂ। ਕੋਕਾ ਕੋਲਾ ਕੰਪਨੀ, ਤਾਂ ਕਿਹੜਾ ਫਸਟ ਇਨੀਸ਼ੀਅਲ ਲੈਟਰ ਕਿਹੜਾ, ਕਿੰਨੀ ਸਾਊਂਡ ਬਾਰ-ਬਾਰ ਰਿਪੀਟ ਹੋ ਰਹੀ ਹੈ, ਤਾਂ ਮਤਲਬ ਕਿੰਨੀ ਰਿਪੀਟ ਹੋ ਰਹੀ ਹੈ? ਇਸ 'ਚ ਕ ਦੀ ਸਾਊਂਡ ਹੋ ਰਹੀ ਹੈ। ਕਲੀਅਰ? ਠੀਕ ਹੈ ਜੀ, ਤਾਂ ਚਲੋ ਇਸ ਦੀ ਅਸੀਂ ਡਿਟੇਲ ਇਨਫੋਰਮੇਸ਼ਨ ਲੈਣੇ ਹਾਂ। ਅਲਿਟਰੇਸ਼ਨ, ਅਗਰ ਗੱਲ ਕਰੀਏ ਅਸੀਂ ਅਲਿਟਰੇਸ਼ਨ ਦੀ, इसके आपको दो पार्ट्स ने, दैट इज असोनेंस एंड कॉन्सोनेंस। उस बारे ਅਸੀਂ डिटेल ਚ ਬਾਅਦ ਚ ਪੜਾਂਗੇ। ਪਹਿਲਾਂ ਅਸੀਂ ਸਮਝਦੇ ਹਾਂ ਅਲਿਟਰੇਸ਼ਨ ਕਿਉਂ? ਕਿਉਂਕਿ ਅਲਿਟਰੇਸ਼ਨ ਦੇ ਹੀ ਭੈਣ ਭਰਾ ਨੇ ਐਸੋਨੈਂਸ ਐਂਡ ਕੌਨਸੋਨੈਂਸ। ਉਹਨਾਂ ਦੀ ਡਿਟੇਲਸ ਇਨਫੋਰਮੇਸ਼ਨ ਅਸੀਂ ਅੱਗੇ ਜਾ ਕੇ ਕਰਾਂਗੇ। ਅੱਜ ਦੀ ਕਲਾਸ ਵਿੱਚ ਸਮਝਣ ਜਾ ਰਹੇ ਹਾਂ ਅਲਿਟਰੇਸ਼ਨ। ਕਲੀਅਰ? ਅਗਰ ਅਸੀਂ ਗੱਲ ਕਰੀਏ, ਅਲਿਟਰੇਸ਼ਨ ਇੱਕ ਐਵੇਂ ਦੀ ਲਿਟਰਰੀ ਟੈਕਨੀਕ ਹੈ ਜਿਹੜੀ ਕਿ ਡਿਵਾਈਸ ਕਿੱਥੋਂ ਆਪਾਂ derive ਕੀਤੀ ਗਈ ਹੈ। It is technique that is derived from, ਇਸ ਤੋਂ derive ਕੀਤੀ ਗਈ ਇੱਕ ਲੈਟਿਨ ਵਰਡ ਤੋਂ ਕੀਤੀ ਗਈ ਹੈ। ਕਲੀਅਰ? that is derived from a latin word, ਇੱਕ ਲੈਟਿਨ ਵਰਡ ਹੈ ਜਿਸਦਾ ਮੀਨਿੰਗ ਹੈ from ਲੈਟਿਨ। ਕਿੱਥੋਂ derive ਕੀਤੀ ਗਈ ਹੈ? ਲੈਟਿਨ ਤੋਂ ਕੀਤੀ ਗਈ ਹੈ, ਜਿਸਦਾ ਮੀਨਿੰਗ ਕੀ ਹੈ? ਲੈਟਰ ਆਫ ਦਾ ਅਲਫਾਬੈਟ। ਇਸਦਾ ਮੀਨਿੰਗ ਕੀ ਹੈ? ਲੈਟਰ ਆਫ ਦਾ ਅਲਫਾਬੈਟ, ਲੈਟਰ ਆਫ ਦਾ ਅਲਫਾਬੈਟ।
ਇੱਥੇ ਚੀਜ਼ ਸ਼ਾਇਦ ਤੁਹਾਨੂੰ ਨਾ ਸਮਝ ਆਏ, ਕੋਈ ਚੱਕਰ ਨਹੀਂ ਹੈ, ਕੋਈ ਮਸਲਾ ਨਹੀਂ। ਅੱਗੇ ਚੱਲ ਕੇ ਅਸੀਂ ਇਹਨੂੰ ਡਿਟੇਲ 'ਚ ਹੋਰ ਈਜ਼ੀ ਤਰੀਕੇ ਨਾਲ ਸਮਝਣ ਦੀ, ਇੱਥੇ ਸ਼ਾਇਦ ਸਾਨੂੰ ਨਾ ਪਤਾ ਚੱਲੇ ਵੀ ਕੀ ਕਹਿਣਾ ਚਾਹ ਰਿਹਾ, ਕੀ ਕਹਿਣਾ ਚਾਹ ਰਿਹਾ ਹੈ, ਨਹੀਂ ਪਤਾ। ਠੀਕ ਹੈ ਜੀ। ਜਦੋਂ ਅਸੀਂ ਗੱਲ ਕਰਦੇ ਹਾਂ, ਜਿਹੜੀ ਇੱਕ ਇੰਨੀ ਚੀਜ਼ ਯਾਦ ਕਰ ਲਓ, ਜਿਹੜੀ ਇਹ ਵਾਲੀ ਟੈਕਨੀਕ ਹੈ ਇਲੈਕਟ੍ਰੀਸ਼ਨ ਹੈ, ਇਹ ਕਿੰਦੇ ਤੇ ਡਿਪੈਂਡ ਹੈ? ਇਟ ਇਜ਼ ਐਗਜ਼ੈਕਟਲੀ ਬੇਸਡ ਔਨ, ਇਟ ਇਜ਼ ਬੇਸਡ ਔਨ ਸਾਊਂਡ। ਇਹ ਸਾਊਂਡ ਤੇ ਹੀ ਬੇਸਡ ਹੈ। ਇਹ ਕਾਫੀ ਇੰਪੋਰਟੈਂਟ ਪੁਆਇੰਟ ਹੈ ਇਸਦਾ, इसको तुसी हाईलाइट कर सकते हो। इट इज यूजली बेस्ड ऑन साउंड। साउंड दी टेक्निक है जिहड़ी इलेक्ट्रीशियन है, ਇਹਦੇ ਚ ਕਿਸੇ ਅਸੀਂ ਗੱਲ ਕਰੀਏ ਕਿਸੇ ਵਰਡ ਦਾ, ਕਿਸੇ ਅਲਫਾਬੈਟ, ਕਿਸੇ ਲੈਟਰ ਦਾ ਕੋਈ ਸੀਨ ਨਹੀਂ ਹੈ। ਇਸ ਚ ਕੰਪਲੀਟ ਗੱਲ ਹੁੰਦੀ ਹੈ ਇੱਕ ਸਾਊਂਡ ਦੀ। ਕਿਹੜੀ ਸਾਊਂਡ? ਜਿਹੜੀ ਬਿਲਕੁਲ ਇਨੀਸ਼ੀਅਲ ਸਾਊਂਡ ਆਉਂਦੀ, ਜਿਵੇਂ ਆਪਾਂ ਕੀਤਾ ਦਾਦਾ ਜੀ ਦੇ ਦਿਓ ਮੈਨੂੰ, ਤਾਂ ਅਸੀਂ ਫਰਸਟ ਸਾਊਂਡ ਪ੍ਰੈਫਰ ਕਰਨੀ ਹੈ ਉੱਥੇ, ਨਾ ਕਿ ਅਸੀਂ ਉਸਦੇ ਵਾਉਲ ਤੇ ਜਾਣਾ ਹੈ, ਨਾ ਅਸੀਂ ਉਸਦੇ ਕੋਈ ਅਲਫਾ ਕੌਨਸੋਨੈਂਟ ਤੇ ਜਾਣਾ ਹੈ, ਨਾ ਕਿਸੇ ਲੈਟਰ ਤੇ ਜਾਣਾ ਸੀ, ਰਾਈਟ। सो फर्स्ट कंसेप्ट ये इट इज बेस्ड ऑन साउंड। क्लियर। हुण अगली चीज दसो, ये कदों हुंदी है? कदों हुंदी है? जदों असीं गल करिए सेम कॉन्सोनेंट्स साउंड रिपीट, सेम कॉन्सोनेंट्स साउंड इज रिपीटेड। ਹੁਣ ਇਸ ਦਾ ਮਤਲਬ ਕੀ ਹੋਇਆ? ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਇਨੀਸ਼ੀਅਲ ਕੌਨਸੋਨੈਂਟ ਹੁੰਦਾ ਹੈ ਇੱਕ ਵਰਡ ਦਾ, ਇਨੀਸ਼ੀਅਲ ਕੌਨਸੋਨੈਂਟ ਹੁੰਦਾ ਹੈ, ਉਹਦੀ ਸਾਊਂਡ ਚੈੱਕ ਕਰਨੀ ਹੈ। ਕੌਨਸੋਨੈਂਟ ਨਹੀਂ ਗੱਲ ਕਰ ਰਹੇ ਅਸੀਂ, ਉਹਦੀ ਸਾਊਂਡ ਦੀ ਚੈੱਕ ਗੱਲ ਕਰਾਂਗੇ। ਕਲੀਅਰ। ਮੈਂ ਤੁਹਾਨੂੰ ਕਿਹਾ ਲਿਟਰੇਸ਼ਨ ਕੀ ਹੈ? that is a technique is completely based on sound, completely based on sound। next अगर ਅਸੀਂ ਗੱਲ ਕਰੀਏ, important point ਹੈ ਜਿਹੜਾ ਕਿ not the repetition of letter, not the repetition of letters। letters repeat हो रहे हैं doesn't mean कि alliteration हो रहा है। letters repeat हो रहे हैं तो मतलब alliteration नहीं है। क्लियर? ठीक है जी। चलो हुण एक चीज हो रहा है, अगर असी गल करिए इस च गल किसदी हुंदी है? फर्स्ट स्ट्रेस्ड, मैं क्या फर्स्ट बिल्कुल इनिशियल स्ट्रेस्ड लेटर की गल हो रही है। राइट। ठीक है जी। आप एग्जांपल के थ्रू इसको बहुत चंगी तरह समझांगे भी गल किस चीज की हो रही है। इस ਜਦੋਂ ਅਸੀਂ ਗੱਲ ਕਰੀਏ ਅਲਿਟਰੇਸ਼ਨ ਕੀ ਹੁੰਦਾ ਹੈ? ਅਲਿਟਰੇਸ਼ਨ ਅਕਰ ਹੁੰਦੀ ਹੈ ਕਦੋਂ? ਅਕਰ ਹੁੰਦੀ ਹੈ ਕਦੋਂ ਹੁੰਦੀ ਹੈ ਇੱਕ ਸੈਂਟੈਂਸ ਦੇ ਅੰਦਰ? ਇਟ ਅਕਰਸ। ਇਹ ਡੈਫੀਨੇਸ਼ਨ ਇੰਪੋਰਟੈਂਟ ਹੈ, ਇਹਨੂੰ ਨੋਟ ਡਾਊਨ ਕਰ ਲਿਓ। ਇਹ ਅਕਰ ਹੁੰਦੀ ਹੈ ਕਦੋਂ? ਹੁੰਦੀ ਹੈ when two or more words, when two or more words, दो या दो तो ज्यादा, ਆਪਾਂ ਗੱਲ ਕੀਤੀ ਹੈ दो या फिर more, when two or more words, ਉਸ ਤੋਂ ਜ਼ਿਆਦਾ ਵੀ ਹੋ ਸਕਦੇ ਹੈ। ਇਹ ਉਸ ਤੋਂ ਜ਼ਿਆਦਾ ਵੀ ਹੋ ਸਕਦੇ ਹੈ। are linked that, ਜਿਹੜੇ ਆਪਸ ਚ ਕੀ ਹੁੰਦੇ ਨੇ? ਲਿੰਕਡ ਹੁੰਦੇ ਨੇ। ਦੋ ਜਾਂ ਦੋ ਤੋਂ ਜ਼ਿਆਦਾ ਵਰਡ ਜਿਹੜੇ ਆਪਸ ਚ ਲਿੰਕਡ ਹੁੰਦੇ ਨੇ, that share the, ਕੀ ਕਰਦੇ? ਸ਼ੇਅਰ ਕੀ ਕਰਦੇ ਨੇ? ਸ਼ੇਅਰ ਦਾ। ਗੱਲ ਕਿਸ ਚੀਜ਼ ਦੀ ਹੋ ਰਹੀ ਹੈ? ਕੌਨਸੋਨੈਂਟ ਦੇ ਸਾਊਂਡ ਦੀ ਗੱਲ ਹੋ ਰਹੀ ਹੈ। ਕਿਹਨੂੰ ਸ਼ੇਅਰ ਕਰਦੇ ਹੈ? ਕੌਨਸੋਨੈਂਟ ਦੇ ਸਾਊਂਡ ਨੂੰ ਸ਼ੇਅਰ ਕਰਦੇ ਨੇ। ਦੋ ਜਾਂ ਦੋ ਤੋਂ ਜ਼ਿਆਦਾ ਵਰਡਸ ਦੀ ਗੱਲ ਕਰ ਰਹੇ ਹਾਂ ਅਸੀਂ। ਕਲੀਅਰ। ਇੱਕ ਲਾਈਨ ਚ ਕਿੰਨੇ ਵਰਡਸ ਚ ਵੀ ਐਲਿਟਰੇਸ਼ਨ ਹੋ ਸਕਦਾ ਹੈ। ਸ਼ੇਅਰ ਦਾ ਫਰਸਟ ਕੌਨਸੋਨੈਂਟ ਸਾਊਂਡ, फर्स्ट कॉन्सोनेंट साउंड। ਹੁਣ ਇਸ ਡੈਫੀਨੇਸ਼ਨ ਨੂੰ ਬਹੁਤ ਅੱਛੀ ਤਰ੍ਹਾਂ ਸਮਝ ਲਓ। ਠੀਕ ਹੈ। ਹਾਈਲਾਈਟ ਕਰ ਰਹੇ ਹਾਂ ਆਪਾਂ ਕਿਸ ਚੀਜ਼ ਨੂੰ? ਫਰਸਟ ਕੌਨਸੋਨੈਂਟ ਸਾਊਂਡ। when two or more words are linked that share, ਇਕੱਠੇ ਲਿੰਕਡ ਨੇ, ਸ਼ੇਅਰ ਕਰਦੇ ਨੇ। ਕਿਸ ਚੀਜ਼ ਨੂੰ ਸ਼ੇਅਰ ਕਰਦੇ ਨੇ? ਸੇਮ ਸਾਊਂਡ ਨੂੰ, ਇਨੀਸ਼ੀਅਲ ਵਰਡ। ਠੀਕ ਹੈ ਜੀ। ਫਰਸਟ ਵਰਡ ਦੀ ਗੱਲ ਕਰਦੇ ਹਾਂ। ਚਲੋ ਹੁਣ ਤੁਸੀਂ ਇਸ ਸੈਂਟੈਂਸ ਆਪਣੇ ਆਪ ਚੈੱਕ ਕਰਕੇ ਦੱਸੋ ਕਿ ਇਸ ਚ ਅਲਿਟਰੇਸ਼ਨ ਹੋ ਰਿਹਾ ਹੈ ਇਹਨਾਂ ਵਰਡਸ ਵਿੱਚ ਕਿ ਨਹੀਂ ਹੋ ਰਿਹਾ। ਚਲੋ, ਦ ਕੋਕਾ ਕੋਲਾ ਕੰਪਨੀ, ਦ ਕੋਕਾ ਕੋਲਾ कंपनी
दसो जी इस च हुण अलिट्रेशन हो रहा है कि नहीं? डेफिनेटली इस च अलिट्रेशन है। क्यों? साउंड किसकी आई? We will check the sound not consonant। और एग्जांपल करांगे अपने आप तुहानू समझ आना शुरू हो जाएगा। नेक्स्ट एग्जांपल देखो सेकंड वन। हुण अपने कोल एक एग्जांपल है दैट इज किलर कैट। किलर कैट राइट। हुण तुसीं इस चेक करो कि तुसीं कॉन्सोनेंट चेक कर रहे हो भी इत्थे तां जी के दे रखिया है, इत्थे सी दे रखिया है कि ये अलिट्रेशन है कि नहीं है? ये अलिट्रेशन है या नहीं है? डेफिनेटली 100% ये अलिट्रेशन है। इत्थे की है? अलिट्रेटिव है। केवल एग्जांपल अलिट्रेटिव है 100%। क्यों? देखो भाई असी उसका जेड़ा इनिशियल कॉन्सोनेंट है इथे के है इथे सी है डजंट मैटर टू अस। साडे लिए मैटर की करता है साडे लिए किस चीज की साउंड आ रही है? कौन सा? दिस इज अलिट्रेशन। बहुत इजीली कच्चा पापड़ पक्का पापड़। एग्जांपल देखो एक और यूजली टंग ट्विस्टर्स होंगे ने जेडे कच्चा पापड़ पक्का पापड़। चलो हुण तुसीं मैनूं एक गल दसो कि जरूरी है कि जिहड़ी अलिट्रेशन होएगी वो सारे वर्ड्स नाल नाल आउणगे कि लगदा है कॉन्सोनेंट इत्थे आ गया इत्थे आऊगा इत्थे नहीं। विद इन अ सेंटेंस एक सेंटेंस दे अंदर थोड़ा जिहा विच गैप हुंदा कोई एक अद्धा वर्ड विच आके बैठ जांदा कोई मसला नहीं बट अलिट्रेशन अप्लाई होएगा उस सेंटेंस दे अंदर। ठीक है चलो चेक करो हुण इस च ਅਸੀਂ ਗੱਲ कर रहे हैं कच्चा पापड़ पक्का सॉरी नहीं ये नहीं हो रही रिपीट इत्थे दिस वन इज अलिट्रेशन। ओके जी चलो एक और मैं सेंटेंस सॉन्ग लिख रहे हैं सॉन्ग्स विच भी सानू यूजुअली देखने को मिलते हैं। आप वाला सॉन्ग याद है? हाँ वाला सी माही मैनू छड्डियो ना जी तेरे बिना दिल नहीं लगदा। क्लियर। हुण जेड़ा इसदा स्टार्टिंग वाला सेंटेंस देखो तुसी इस च की है माही मैनू माही मैनू छड्डियो ना। क्लियर। चलो ये चेक करो कितने हो रही है अलिट्रेशन? डेफिनेटली दिस इज अलिट्रेशन हो गया जी सेंटेंस ना। वेरी इजी बहुत ही इजी बहुत स्मूथ कंसेप्ट है इस कोई मैनू लगता नहीं दिक्कत आनी चाहिए है। ये ओके जी करिए और एग्जांपल। चलो हुण आपां इस दी होर एग्जांपल सॉल्व करते हैं ते असीं चेक करते हैं कि इन्ना सेंटेंस ये सेंटेंस सॉरी अलिट्रेटिव है कि नहीं है वाले सेंटेंस। ठीक है यस है तो यस लिखांगे नो है तो फिर आपां क्रॉस मार देंगे। फर्स्ट सेंटेंस शी शुड शो हर ड्रेस। बहुत ही केयरफुली सॉल्व करें इसको। चलिए ओके जी फर्स्ट शी डन अलिट्रेटिव है डेफिनेटली है। चलो देयर वॉज नथिंग न्यू इन नेहाज नैनो कार। नेहा को नैनो कार है कोई नवी गल नहीं है कहता कुछ भी नया नहीं है उस च तो किवें लभांगे असीं। देयर वॉज नथिंग न्यू देयर वॉज नथिंग नो 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 नैनो कार। डन मिल गया जी लिटरेटिव एग्जांपल हो गया। ओके चलो 30 टाइपिस्ट वर प्रेजेंट। हुण चेक करो कि इस लिटरेटिव दी एग्जांपल है इलिट्रेशन है कि नहीं? डेफिनेटली आंसर इज नो। वाई सो क्यों नहीं है? देखो आई सेड मैं तुम ऑलरेडी एक चीज कहती है कि वी आर टोटली डिपेंडेंट अपॉन द साउंड नॉट ऑन द कॉन्सोनेंट। कॉन्सोनेंट से डिपेंड नहीं होना। एवीटी है एवीटी है तो दैट मीन इट इज एलिट्रेशन नहीं जी। इथे एलिट्रेशन नहीं है डेफिनेटली नो आंसर नो आएगा। क्यों? 30 एंड टाइपिस्ट साउंड चेक करांगे ਅਸੀਂ ਕੌਨਸੋਨੈਂਟ ਥੋੜਾ ਨਾ ਚੈੱਕ ਕਰਾਂਗੇ। ਓਕੇ ਐਦਾਂ ਦੇ ਕੁਐਸਚਨ ਤੁਸੀਂ ਕੰਫਿਊਜ਼ ਨਹੀਂ ਹੋਣਾ। ਨੈਕਸਟ ਵਨ I happily helped the handicap। happily for चलो happily
हेल्प, हैंडीकैप। डन है? यस। एग्जाम्पल है बिल्कुल। आई यूज फोन पे, दसो जी इज इट राइट और रॉन्ग, कि ये सही है या फिर गलत है? आई यूज फोन पे, मैं फोन पे यूज करता हूं। हाँ चलो, पी पी बोलो जी, है एग्जाम्पल या नहीं? नहीं है। डेफिनेटली आंसर विल बी नो। इस तरीके ਨਾਲ ਤੁਸੀਂ ਈਜ਼ੀਲੀ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਸੈਂਟੈਂਸ 'ਚ ਅਲਿਟरेशन हो रहा है कि नहीं है। ठीक है, एग्जाम्पल है, इलिटरेटिव एग्जाम्पल है या नहीं है। चलो एक चीज होर दसो तुसी कि एक सेंटेंस ਦੇ ਅੰਦਰ ਕੋਈ 3 4 5 वर्ड्स होंगे फिर ही उस च इलिटरेशन यूज होएगा? नहीं, इट इज कंप्लीटली पॉसिबल इन 2 वर्ड्स एज वेल। ਜੇ ਸਾਨੂੰ ਸਿਰਫ ਦੋ ਵਰਡਸ ਦਿੱਤੇ ਨਾ, ਦੋ ਵਰਡਸ ਉਹਦੇ ਵਿੱਚ ਵੀ ਇਹ ਫਿੱਟ ਹੁੰਦਾ ਹੈ ਰੂਲ। ਦੇਖੋ ਜੀ, ਅਗਰ ਮੈਂ ਇੱਥੇ ਲਿਖਾਂ चेक करो, एग्जाम्पल है या फिर नहीं। चलो एक और देखो, बच्चों दी फेवरेट राइम, बाबा ब्लैक sheep, have you any wool? Yes sir, 3 bags full, right? तो देखो जी, इस च भी डेफिनेटली हिप हॉप हो रहा है, इनिशियल टेस्ट। ठीक है जी, बाबा ब्लैक शीप डेफिनेटली एग्जांपल है लिटरेशन दी। देखो दो वर्ड्स के अंदर भी हो रहा है, इट इज नॉट नेसेसरी कि बहुत सारे वर्ड्स होंगे ता ही अप्लाई होएगा, अदरवाइज ऐसे दो वर्ड्स विच भी इसनु यूज किया जा सकता है। तो इसका इंपॉर्टेंट ये वाला कांसेप्ट लिख लो तुसी नाल नाल इस पॉइंट नु कि इट मस्ट नॉट नीड नॉट टू हैव, नीड नॉट टू हैव 3 4 5 वर्ड्स। जरूरी नहीं है कि 3 4 5 6 वर्ड्स होंगे ता ही ये लिटरेशन अप्लाई होएगा, शो होएगा सानू, नहीं। क्लियर? चलो, इट कैन अकर, ये हो सकता है, इट कैन अकर इन 2 वर्ड्स आल्सो, इट कैन इवन अकर इन 2 वर्ड्स, दो वर्ड्स में भी अकर हो सकता है। हिप हॉप एग्जाम्पल है, इसकी बेस्ट एग्जाम्पल है। ठीक है जी, चलो एक होर चीज है, ਤੁਸੀਂ ਇਹ ਗੱਲ ਦੱਸੋ, मैं ਤੁਹਾਨੂੰ वापस एक चीज पहले मैं एक्सप्लेन की है कि जरूरी है कि पड़ोसी होण आपस च, पड़ोसी होंगे ता ही इलिटरेशन होएगा। आप एग्जाम्पल उठा रहे हैं, चलो इस कोई भी एक एग्जाम्पल उठाओ जिस च इलिटरेशन है बट वो पड़ोसी नहीं है, नाल ना लगदा वर्ड नहीं है कोई, इस कोई भी नहीं है। देखो हाँ, इथे एन हो गया, इस दे विच एक वर्ड आया, फिर इथे एन आ गया, न दी साउंड आई, तो मतलब ये भी इलिटरेशन है। एक विच वर्ड या दो वर्ड्स आ सकते एक सेंटेंस च, मैंडेटरी नहीं है कि पड़ोसी होंगे ता ही इलिटरेशन होएगा, जरूरी नहीं है। पड़ोसी भी हो सकते हैं और विच उन्हां दे गैप भी हो सकता है, विच उन्हां दे कोई होर वर्ड आके भी बैठ सकता है। दिस इज द बेस्ट एग्जांपल ऑफ इलिटरेशन। इलिटरेशन दा बेस्ट एग्जांपल है दादा जी। हुण तुहानूं इस एग्जांपल दा मीनिंग पता चल गया जिहड़ी आपां अंदे कीती है। देखो जी, इत्थे द दी साउंड आई, फिर द दी साउंड आई, फिर द दी साउंड आई, अगेन द, अगेन द एंड द, बस द ही द है, और कुछ नहीं है। दिस इज द बेस्ट एग्जांपल ऑफ अलिटेशन। ਸਾਨੂੰ ਪੰਜਾਬੀਆਂ ਨੂੰ ਅਗਰ ਕੋਈ ਗੱਲ ਅਸੀਂ ਆਪਣੇ ਦੇਸੀ ਤਰੀਕੇ ਨਾਲ, ਪੰਜਾਬੀ ਤਰੀਕੇ ਨਾਲ ਸਮਝਣ ਚਲੀਏ ਤਾਂ ਸਾਨੂੰ ਬਹੁਤ ਜਲਦੀ ਕੁਇਕਲੀ ਅਸੀਂ ਉਸ ਨੂੰ ਗੇਨ ਕਰ ਲੈਂਦੇ ਆ। सीरियसली वो साडे माइंड च बहुत बुरी तरह फिट हो जाती, उस तो बाद नहीं निकलू। क्यों? ਹੁਣ ਤੁਹਾਡੇ ਇੱਕ ਮਾਈਂਡ ਚ ਐਗਜ਼ਾਮਪਲ ਕੱਚਾ ਪਾਪੜ ਪੱਕਾ ਪਾਪੜ ਕਹਿ ਲੋ, ਦਾਦਾ ਜੀ ਦੇ ਦਿਓ ਮੈਨੂੰ ਦਾਦੀ ਦੇ ਦੰਦਾਂ ਦੀ ਦਵਾਈ, ਇਹ ਵਾਲੀ ਐਗਜ਼ਾਮਪਲ ਹੋ ਗਈ, ਮਾਹੀ ਮੈਨੂੰ ਛੱਡਿਓ ਨਾ, ਇਹ ਹੋ ਗਿਆ, ਤੇ ਤੁਹਾਡੇ ਮਾਈਂਡ ਚ ਬਿਲਕੁਲ ਸਕਿਪ ਨਹੀਂ ਹੋਣਗੇ। ਜਿਵੇਂ ਤੁਹਾਨੂੰ ਸਾਹਮਣੇ ਇੱਕ ਸੈਂਟੈਂਸ ਦਿਖੇਗਾ, ਅਗਰ ਉਸ ਚ ਫਾਈਂਡ ਆਊਟ ਕਰਨਾ ਚਾਹੋਗੇ ਤਾਂ ਤੁਸੀਂ ਈਜ਼ੀਲੀ ਕੁਇਕਲੀ ਫਾਈਂਡ ਆਊਟ ਕਰ ਲਓ, ਰਾਈਟ। ਤਾਂ ਇਹ ਸੀ ਆਪਣਾ ਸੈਸ਼ਨ ਅੱਜ ਦਾ, ਜਿਸ ਚ ਅਸੀਂ ਅਲਿਟਰੇਸ਼ਨ ਬਾਰੇ ਪੜ੍ਹ ਚੁੱਕੇ ਹਾਂ। ਐਂਡ ਅਗਲੇ ਸੈਸ਼ਨ ਚ ਅਸੀਂ ਕੰਟੀਨਿਊ ਕਰਾਂਗੇ ਇਸੇ ਦੇ ਹੀ ब्रदर एंड सिस्टर, इसे दी भैन भरा बारे गल करांगे असी, दैट इज एसोनेंस एंड कॉन्सोनेंस, राइट। तो अगर तुसी, अगर लगता है तुहानू कि असी
ਮਾਸਟਰ ਕੈਡਰ ਦੀ ਫੁੱਲ ਫਲੈਜ ਤਿਆਰੀ ਕਰਨਾ ਚਾਹੁੰਦੇ ਜਿਸ ਚ ਲਿਟਰੇਚਰ ਲਿੰਗੁਇਸਟਿਕ ਗ੍ਰਾਮਰ ਲਿਟਰਰੀ ਟਰਮਸ ਟੈਸਟ ਸੀਰੀਜ਼ ਇੰਕਲੂਡ ਹੈ ਤਾਂ ਇਹ ਵਾਲਾ ਆਪਣਾ ਕੰਪਲੀਟ ਬੈਚ ਆਪਣੀ ਐਪਲੀਕੇਸ਼ਨ ਦੇ ਉੱਪਰ ਚੱਲ ਰਿਹਾ ਹੈ ਦੈਟ ਇਜ਼ ਸੋਨੀਆ ਅਰੋੜਾ ਇਸ ਐਪਲੀਕੇਸ਼ਨ ਦੇ ਉੱਪਰ 1 ਸਾਲ ਦੀ ਵੈਲਿਡਿਟੀ ਵਾਲਾ ਬੈਚ ਹੈ ਚੱਲ ਰਿਹਾ ਹੈ ਕਲੀਅਰ ਇਹ ਵਾਲਾ ਬੈਚ ਬਹੁਤ ਜਲਦੀ ਫ੍ਰੀਜ਼ ਕਰਾਂਗੇ ਫਿਰ ਆਪਾਂ ਨਵਾਂ ਬੈਚ ਸ਼ੁਰੂ ਕਰਾਂਗੇ ਕਿਉਂਕਿ ਇਸ ਬੈਚ ਆਲਰੇਡੀ ਐਡਮਿਸ਼ਨ ਫੁੱਲ ਹੈ ਤਾਂ ਆਪਾਂ ਇਹਨੂੰ ਫ੍ਰੀਜ਼ ਕਰ ਦਾਂਗੇ ਰਾਈਟ ਤਾਂ ਹਜੇ ਇਸ ਚ 3-4 ਦਿਨ 5 ਦਿਨ ਆਪਾਂ ਐਂਟਰੀ ਦੇਵਾਂਗੇ ਜਿਹੜੇ ਸਟੂਡੈਂਟ ਲੱਗਦਾ ਹੈ ਕਿ ਐਫਰਟ ਦੇ ਸਕਦੇ ਆਪਣੇ 100% ਦੇ ਸਕਦੇ ਆ ਉਹ ਇਸ ਬੈਚ ਦੇ ਅੰਦਰ ਜਾਓਗੇ ਸੇਵ ਯੋਰ ਟਾਈਮ ਸੇਵ ਕਰੋ ਚੀਜ਼ਾਂ ਨੂੰ ਜ਼ਿਆਦਾ ਰਿਵਾਈਜ਼ ਕਰੋ ਬਾਰ-ਬਾਰ ਸੋ ਦੈਟ ਕਿ ਐਗਜ਼ਾਮ 'ਚ ਤੁਹਾਡੇ ਜਦੋਂ ਸਾਹਮਣੇ ਕੁਐਸਚਨ ਦਿਖਣ ਐਮਸੀਕਿਊ ਦਿਖਣ ਤਾਂ ਕੰਫਿਊਜ਼ ਨਾ ਹੋ ਡਾਇਲਮਾ 'ਚ ਨਾ ਪੈ ਜਾਓ ਵੀ ਇਸ ਕੁਐਸਚਨ ਦਾ ਈਅਰ ਕਿਹੜਾ ਸੀਗਾ ਇਸ ਰਾਈਟਰ ਦਾ ਈਅਰ ਕਿਹੜਾ ਸੀਗਾ ਹਨਾ ਇਹ ਡਿਵਾਈਸ ਕਿਹੜਾ ਹੈ ਤਾਂ ਬਾਰ-ਬਾਰ ਦੀ ਰੈਪੀਟੇਸ਼ਨ ਦੈਟ ਇਜ਼ ਮਸਟ ਰੈਪੀਟੇਸ਼ਨ ਮਸਟ ਹੈ ਕਲੀਅਰ ਫਿਰ ਵੀ ਕੋਈ ਡਾਊਟ ਹੈ ਕੋਈ ਦਿੱਕਤ ਕੋਈ ਸਮੱਸਿਆ ਤੁਸੀਂ ਇਸ ਨੰਬਰ ਤੇ WhatsApp ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਚਲੋ ਮਿਲਦੇ ਹਾਂ ਫਿਰ ਸਾਡੇ ਨੈਕਸਟ ਸੈਸ਼ਨ 'ਚ ਬਾਏ ਬਾਏ ਟੇਕ ਕੇਅਰ